ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਹੁਣਾਂ ਦਾ ਜਿਹੜਾ ਚਿਹਰਾ ਸੀਗਾ ਨਾ, ਉਹ ਸਵੇਰ ਵੇਲੇ ਕੁਛ ਹੋਰ ਤਰ੍ਹਾਂ ਦਾ ਦਿਖਾਈ ਦਿੰਦਾ ਸੀ, ਸ਼ਾਮ ਵੇਲੇ ਕੁਛ ਹੋਰ ਤਰ੍ਹਾਂ ਦਾ ਦਿਖਾਈ ਦਿੰਦਾ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਸਵੇਰ ਵੇਲੇ ਜਿਹੜੇ ਚਿੰਨ੍ਹ ਚੱਕਰ ਤੇ ਨਕਸ਼ ਸੀਗੇ ਹੁਣ ਉਹ ਇਸ ਤਰ੍ਹਾਂ ਭਾਸਦੇ ਸੀਗੇ ਜਿਵੇਂ ਸੂਰਜ ਦੀ ਲਾਲੀ ਹੋਵੇ, ਤੇ ਸ਼ਾਮ ਨੂੰ ਉਹਨਾਂ ਦਾ ਚਿਹਰਾ ਇਸ ਤਰ੍ਹਾਂ ਦਗਦਾ ਕਰਦਾ ਹੁੰਦਾ ਸੀਗਾ ਜਦੋਂ ਸੂਰਜ ਛਿਪ ਲੱਗਦਾ ਤੇ ਆਕਾਸ਼ ਦੇ ਵਿੱਚ ਆਪਣੀ ਲਾਲੀ ਆਪਣਾ ਰੰਗ ਦਾ ਪ੍ਰਭਾਵ ਛੱਡ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਂਪੁਰਖਾਂ ਦਾ ਚਿਹਰਾ ਹਰ ਟਾਈਮ ਹਰ ਸਮੇਂ ਸਦਾ ਖਿੜਿਆ ਰਹਿੰਦਾ ਸੀਗਾ ਔਰ ਬਿਲਕੁਲ ਨਵਾਂ ਨਰੋਇਆ ਲੱਗਦਾ ਹੁੰਦਾ ਸੀਗਾ। ਸੋ ਮਹਾਂਪੁਰਖ ਬਾਬਾ ਮਹਾ ਹਰਨਾਮ ਸੁਣੀ ਜਦ ਆਪਣੇ ਸਮੇਂ ਦੇ ਵਿੱਚ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿੰਦੇ ਸੀ, ਉਸ ਸਮੇਂ ਜਿਹੜਾ ਨੇਪਾਲ ਦਾ ਰਾਜਾ ਸੀਗਾ ਨਾ, ਉਹਨੇ ਇੱਕ ਬੜਾ ਸੁੰਦਰ ਆਪਣਾ ਨਿੱਜੀ ਮੰਦਿਰ ਬਣਾਇਆ ਸੀਗਾ। ਇਹ ਮੰਦਿਰ ਸ਼ਿਵ ਭਗਵਾਨ ਦਾ ਸੀਗਾ। ਇਹਦੇ ਵਿੱਚ ਉਸਨੇ ਸ਼ਿਵ ਭਗਵਾਨ ਦੀ ਜਿਹੜੀ ਮੂਰਤੀ ਸੀ ਉਹਦੇ ਵਿੱਚ ਟਿਕਾਈ ਹੁੰਦੀ ਸੀ, ਤੇ ਉਸ ਮੂਰਤੀ ਦੇ ਉੱਪਰ ਜਿਹੜਾ ਮੁਕਟ ਲਾਇਆ ਹੁੰਦਾ ਸੀਗਾ ਉਹਦੇ ਵਿੱਚ ਬੜਾ ਇੱਕ ਕੀਮਤੀ ਹੀਰਾ ਨਗ ਜੜਿਆ ਸੀ ਉਹਨਾਂ ਟਾਈਮਾਂ ਦੇ ਵਿੱਚ। ਔਰ ਇਸ ਮੰਦਿਰ ਦੇ ਵਿੱਚ ਕੇਵਲ ਤੇ ਕੇਵਲ ਇੱਕ ਪੁਜਾਰੀ ਔਰ ਰਾਜਾ, ਇਹ ਦੋਨੇ ਹੁੰਦੇ ਸੀਗੇ। ਹੋਰ ਕਿਸੇ ਨੂੰ ਇਸ ਮੰਦਿਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਕਿਉਂਕਿ ਇਹ ਸ਼ਾਹੀ ਮੰਦਿਰ ਹੁੰਦਾ ਸੀਗਾ। ਪਰ ਉਹਨਾਂ ਟਾਈਮਾਂ ਦੇ ਵਿੱਚ ਇੱਕ ਐਸੀ ਘਟਨਾ ਹੋਈ ਕਿ ਉਸ ਮੰਦਿਰ ਦੇ ਵਿੱਚ ਸ਼ਿਵ ਭਗਵਾਨ ਦੇ ਮੁਕਟ ਤੋਂ ਕਿਸੇ ਨੇ ਜਿਹੜਾ ਹੀਰਾ ਸੀਗਾ ਉਹ ਚੋਰੀ ਕਰ ਲਿਆ। ਜਦ ਹੀਰਾ ਚੋਰੀ ਹੋਇਆ ਤੇ ਇਸ ਗੱਲ ਦਾ ਰਾਜੇ ਨੂੰ ਬੜਾ ਦੁੱਖ ਹੋਇਆ। ਉਸਨੇ ਕੀ ਕੀਤਾ, ਇਸ ਚੋਰੀ ਕੀਤੇ ਹੋਏ ਹੀਰੇ ਦੀ ਜਿਹੜੀ ਸੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਕੋਈ ਪਤਾ ਨਾ ਲੱਗੇ ਕਿ ਹੀਰਾ ਕੌਣ ਚੁਰਾ ਕੇ ਲੈ ਗਿਆ ਹੈ। ਇਸ ਕਰਕੇ ਰਾਜੇ ਨੇ ਉਹਨੇ ਸਮਾਂ ਦੇ ਵਿੱਚ ਜਿੰਨੇ ਵੀ ਨੇਪਾਲ ਦੇ ਅੰਦਰ ਸਾਧੂ ਸੰਤ ਰਹਿੰਦੇ ਹੁੰਦੇ ਸੀ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਜਦ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਰਾਜੇ ਨੇ ਜਿਹੜੇ ਸਾਧੂ ਸੰਤ ਸੀ ਉਹਨਾਂ ਨੂੰ ਜਿਹੜੀ ਸੀ ਇਹ ਗੱਲ ਕਹਿਤੀ ਵੀ ਜਾਂ ਤਾਂ ਤੁਸੀਂ ਮੇਰਾ ਹੀਰਾ ਪਤਾ ਦੱਸੋ ਵੀ ਕਿੱਥੇ ਆ, ਜੇ ਨਹੀਂ ਤਾਂ ਕੋਈ ਤੁਸੀਂ ਐਸੀ ਕਰਾਮਾਤ ਦਿਖਾਓ। ਅਗਰ ਤੁਸੀਂ ਕਰਾਮਾਤ ਵੀ ਨਹੀਂ ਦਿਖਾ ਸਕਦੇ ਫਿਰ ਤੁਸੀਂ ਮੇਰੇ ਧਰਮ ਦੇ ਵਿੱਚ ਸ਼ਾਮਲ ਹੋ ਜਾਓ। ਅਗਰ ਇਹ ਤਿੰਨੇ ਚੀਜ਼ਾਂ ਕੋਈ ਸਾਧੂ ਸੰਤ ਨਹੀਂ ਸੀ ਕਰ ਸਕਦਾ ਤੇ ਉਹਨਾਂ ਨੂੰ ਰਾਜਾ ਚੱਕ ਕੇ ਆਪਣੀ ਜੇਲ੍ਹ ਦੇ ਵਿੱਚ ਕੈਦ ਕਰ ਲੈਂਦਾ ਸੀਗਾ। ਸੋ ਇਸ ਤਰ੍ਹਾਂ ਦਾ ਜਦੋਂ ਸਿਲਸਿਲਾ ਸ਼ੁਰੂ ਹੋਇਆ, ਬਹੁਤ ਸਾਰੇ ਜਿਹੜੇ ਸਾਧੂ ਸੰਤ ਉਹਨਾਂ ਸਮਿਆਂ ਦੇ ਵਿੱਚ ਨੇਪਾਲ ਦੇ ਇਲਾਕੇ 'ਚ ਰਹਿੰਦੇ ਸੀ ਉਹ ਰਾਜੇ ਨੇ ਆਪਣੀਆਂ ਜੇਲ੍ਹਾਂ ਦੇ ਵਿੱਚ ਕੈਦ ਕਰ ਲਏ। ਪਰ ਉਹਦੇ ਵਿੱਚੋਂ ਕਈ ਜਿਹੜੇ ਸਾਧੂ ਸੰਤ ਸੀਗੇ ਉਹ ਮੌਕਾ ਦੇਖ ਕੇ ਨੇਪਾਲ ਨੂੰ ਛੱਡ ਕੇ ਇੱਧਰ ਭਾਰਤ ਵੱਲ ਨਿਕਲ ਗਏ, ਅਤੇ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਸੀ ਉਹ ਗੋਰਖਪੁਰ, ਪੰਜਾਬ ਅਤੇ ਅਯੁੱਧਿਆ ਨਗਰੀ ਇੱਧਰ ਨੂੰ ਨਿਕਲ ਗਏ ਸੀ। ਸੋ ਉਹਨਾਂ ਟਾਈਮਾਂ ਦੇ ਵਿੱਚ ਇੱਕ ਜਿਹੜੀ ਸੰਤਾਂ ਦੀ ਮੰਡਲੀ ਸੀ ਨੇਪਾਲ ਤੋਂ ਆਈ। ਜਦ ਉਹਨੇ ਪੰਜਾਬ ਨੂੰ ਰੁੱਖ ਕੀਤਾ ਤੇ ਉਹਨਾਂ ਨੇ ਪੰਜਾਬ ਦੇ ਕਈ ਜਿਹੜੇ ਸਾਧੂ ਸੰਤ ਸੀ ਉਹਨਾਂ ਨੂੰ ਆਪਣਾ ਇਹ ਦਰਦ ਦੱਸਿਆ। ਪਰ ਜਿਹੜੇ ਸਾਰੇ ਸਾਧੂ ਸੰਤ ਸੀ ਉਹਨਾਂ ਨੇ ਇਹ ਦੱਸਿਆ ਉਹਨਾਂ ਨੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਭੁੱਚੋ ਚਲੇ ਜਾਓ ਤੇ ਉੱਥੇ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਰਹਿੰਦੇ ਆ, ਹੋ ਸਕਦਾ ਵੀ ਉਹ ਤੁਹਾਡੀ ਇਸ ਸਮੱਸਿਆ ਦਾ ਜਿਹੜਾ ਹੱਲ ਹੈ ਸਦੀਵ ਹੀ ਕਰ ਜਾਣ। ਜਦ ਇਹਨਾਂ ਸਾਧੂਆਂ ਦੀ ਮੰਡਲੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਇਹਨਾਂ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਭੁੱਚੋ ਵੱਲ ਜਾਣ ਦਾ ਪੱਕਾ ਇਰਾਦਾ ਬਣਾ ਲਿਆ। ਜਦੋਂ ਇਹ ਭੁੱਚੋ ਵੱਲ ਤੁਰੇ ਆ, ਉਹਨਾਂ ਟਾਈਮਾਂ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸੋਹਣਾ ਦਾ ਇੱਕ ਸੇਵਕ ਸੀਗਾ ਜਿਸ ਦਾ ਨਾਂ ਸੀ ਸ਼ੇਰ ਸਿੰਘ। ਇਹ ਜਿਹੜੇ ਸ਼ੇਰ ਸਿੰਘ ਸੀਗੇ ਇਹਨਾਂ ਨੂੰ ਮਹਾਂਪੁਰਖ ਜਿਹੜੇ ਸੀਗੇ ਇਹ ਕੌਡਾ ਰਾਕਸ਼ ਕਰਕੇ ਬੜੇ ਪਿਆਰ ਦੇ ਨਾਲ ਬੁਲਾਉਂਦੇ ਹੁੰਦੇ ਸੀ। ਮਹਾਂਪੁਰਖਾਂ ਨੇ ਇਸ ਨੂੰ ਆਪਣੇ ਪਾਸ ਬੁਲਾ ਕੇ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਇੱਕ ਸੇਵਕ ਹੋਰ ਲੈ ਜਾਓ ਤੇ ਪੰਡਤ ਸ਼੍ਰੀ ਰਾਮ ਸਿੰਘ ਜੀ ਜਿਹੜੇ ਆ ਇਸ ਟਾਈਮ ਮਲੂਕੇ ਠਹਿਰੇ ਹੋਏ ਆ ਤੇ ਉਹਨਾਂ ਨੂੰ ਜਲਦੀ ਸਾਡੇ ਪਾਸ ਬੁਲਾ ਕੇ ਲੈ ਕੇ ਆਓ। ਸੋ ਜਦੋਂ ਭਾਈ ਸ਼ੇਰ ਸਿੰਘ ਆਪਣੇ ਇੱਕ ਹੋਰ ਸੇਵਾਦਾਰ ਦੇ ਨਾਲ ਮਲੂਕੇ ਪਹੁੰਚੇ ਸੀ, ਇਹਨਾਂ ਨੇ ਜਾ ਕੇ ਪੰਡਤ ਰਾਮ ਸਿੰਘ ਹੁਣਾਂ ਨੂੰ ਮਹਾਂਪੁਰਖਾਂ ਦਾ ਸੁਨੇਹਾ ਦਿੱਤਾ। ਤੇ ਫਿਰ ਜਿਹੜੇ ਸੀ ਪੰਡਤ ਰਾਮ ਸਿੰਘ ਸਾਰਾ ਕੰਮ ਮਲੂਕੇ ਵਾਲਾ ਵਿੱਚ ਛੱਡ ਕੇ ਜਦ ਪੁੱਛੋ ਪਹੁੰਚੇ ਸੀ, ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਕੋਲ 4-5 ਸੇਵਕ ਹੋਰ ਲੈ ਜਾਓ ਤੇ ਬਠਿੰਡੇ ਰੇਲਵੇ ਸਟੇਸ਼ਨ 'ਤੇ ਪਹੁੰਚੋ। ਉੱਥੇ ਇੱਕ ਸਾਧੂਆਂ ਦੀ ਮੰਡਲੀ ਆ ਰਹੀ ਆ ਤੇ ਤੁਸੀਂ ਉਸ ਮੰਡਲੀ ਨੂੰ ਲੈ ਕੇ ਸਾਡੇ ਪਾਸ ਇੱਥੇ ਪਹੁੰਚੋ। ਪਰ ਫਿਰ ਪੰਡਤ ਰਾਮ ਸਿੰਘ ਹੁਣਾਂ ਨੇ ਬੇਨਤੀ ਕੀਤੀ ਕਿ ਮੈਨੂੰ ਉਸ ਮੰਡਲੀ ਦਾ ਕਿਵੇਂ ਪਤਾ ਲੱਗੂਗਾ। ਤੇ ਫਿਰ ਬਾਬਾ ਜੀ ਨੇ ਦੱਸਿਆ ਸੀਗਾ ਕਿ ਉਹ ਜਿਹੜੀ ਮੰਡਲੀ ਆ ਉਸ ਮੰਡਲੀ ਦਾ ਜਿਹੜਾ ਮੇਨ ਮੁਖੀ ਸਾਧੂ ਆ ਉਹਦਾ ਨਾਂ ਹੈ ਕਮਾਲ ਦਾਸ, ਤੇ ਤੁਸੀਂ ਕਮਾਲ ਦਾਸ ਦਾ ਪਤਾ ਪੁੱਛ ਕੇ ਤੇ ਸਾਰੇ ਸਾਧੂ ਸੰਤਾਂ ਨੂੰ ਬੜੇ ਅਦਬ ਸਹਿਤ ਸਾਡੇ ਪਾਸ ਲੈ ਕੇ ਆਓ। ਫਿਰ ਪੰਡਤ ਰਾਮ ਸਿੰਘ ਜੀ ਜਦ ਬਠਿੰਡੇ ਸਟੇਸ਼ਨ 'ਤੇ ਪਹੁੰਚੇ ਸੀਗੇ, ਉੱਥੋਂ ਫਿਰ ਸਟੇਸ਼ਨ 'ਤੇ ਇੱਕ ਸਾਧੂਆਂ ਦੀ ਮੰਡਲੀ ਥੱਲੇ ਉਤਰੀ ਸੀ। ਤਕਰੀਬਨ ਇਸ ਮੰਡਲੀ ਵਿੱਚ 30-35 ਸਾਧੂ ਸੀ। ਤੇ ਜਦ ਬਾਬਾ ਤੇ ਹੋਰ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੇ ਜਾ ਕੇ ਜਦ ਬਾਬਾ ਰਾਮ ਸਿੰਘ ਨੂੰ ਦੱਸਿਆ ਕਿ ਇਸ ਡੱਬੇ ਦੇ ਵਿੱਚੋਂ 30-35 ਸਾਧੂ ਉਤਰੇ ਆ,
ਫਿਰ ਪੰਡਿਤ ਰਾਮ ਸਿੰਘ ਹੁਣਾਂ ਨੇ ਉਹਨਾਂ ਦੇ ਪਾਸ ਜਾ ਕੇ ਅਰਜ਼ ਕੀਤੀ ਕਿ ਆਪ ਜੀ ਦੇ ਜਥੇ ਦੇ ਅੰਦਰ, ਸੰਤ ਮੰਡਲੀ ਦੇ ਅੰਦਰ ਕੋਈ ਕਮਾਲਦਾਸ ਨਾਂ ਦੇ ਸਾਧੂ ਵੀ ਆ। ਸੋ ਸਾਰਿਆਂ ਨੇ ਕਹਿਤਾ ਕਿ ਹਾਂ, ਜਿਹੜੇ ਕਮਾਲਦਾਸ ਸਾਧੂ ਆ ਉਹ ਸਾਡੇ ਮੇਨ ਇਸ ਮੰਡਲੀ ਦੇ ਮੁਖੀ ਆ। ਤੇ ਫਿਰ ਬਾਬਾ ਰਾਮ ਸਿੰਘ ਹੁਣਾਂ ਨੇ ਬੇਨਤੀ ਕੀਤੀ ਕਿ ਤੁਹਾਨੂੰ ਪੁੱਛ ਵਾਲੇ ਮਹਾਂਪੁਰਖਾਂ ਨੇ ਆਪਣੇ ਪਾਸ ਆਉਣ ਦਾ ਨਿਮੰਤਰ ਦਿੱਤਾ ਹੈਗਾ। ਇਹ ਸੁਣ ਕੇ ਫਿਰ ਸਾਰੀ ਸਾਧੂ ਮੰਡਲੀ ਸੀ ਬੜੀ ਪ੍ਰਸੰਨ ਹੋਈ। ਤੇ ਉਹ ਫਿਰ ਪੰਡਿਤ ਰਾਮ ਸਿੰਘ ਹੁਣਾਂ ਦੇ ਨਾਲ ਫਿਰ ਇੱਥੇ ਪੁੱਛੋ ਮਹਾਂਪੁਰਖਾਂ ਦੇ ਪਾਸ ਪਹੁੰਚੇ ਸੀਗੇ। ਜਦ ਇੱਥੇ ਆ ਕੇ ਸਾਰਿਆਂ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ। ਜਦੋਂ ਬੈਠੇ ਆ, ਫਿਰ ਬਾਬਾ ਮਾਹਰ ਨਾਮ ਸੁਣਾ ਨੇ ਇਸ ਮੰਡਲੀ ਦੇ ਮੁਖੀ ਪੰਡਿਤ ਕਮਾਲਦਾਸ ਜੀ ਨੂੰ ਇਹ ਪੁੱਛਿਆ ਕਿ ਤੁਸੀਂ ਸਭ ਤੋਂ ਪਹਿਲਾਂ ਨੇਪਾਲ ਦਾ ਹਾਲ ਦੱਸੋ ਕਿ ਕੀ ਆ ਉੱਥੇ। ਫਿਰ ਜਦੋਂ ਇਹ ਹਾਲ ਪੁੱਛਿਆ ਸੀ, ਫਿਰ ਕਮਾਲਦਾਸ ਨੇ ਜਿਹੜੀ ਉੱਥੇ ਨੇਪਾਲ ਦੇ ਵਿੱਚ ਸਾਰੀ ਘਟਨਾ ਹੋਈ ਸੀ ਹੀਰੇ ਚੋਰੀ ਕਰਨ ਦੀ, ਉਹਦਾ ਵੇਰਵਾ ਫਿਰ ਬਾਬਾ ਜੀ ਨੂੰ ਦੱਸਿਆ ਸੀਗਾ। ਤੇ ਨਾਲ ਇਹ ਵੀ ਦੱਸਿਆ ਸੀਗਾ ਕਿ ਬਹੁਤ ਸਾਰੇ ਜਿਹੜੇ ਸਾਧੂ ਸੰਤ ਆ ਨਾ, ਉਹ ਨੇਪਾਲ ਦੇ ਰਾਜੇ ਨੇ ਅੰਦਰ ਜੇਲ੍ਹ ਦੇ ਵਿੱਚ ਡੱਕ ਲਏ ਆ। ਜਦ ਇੰਨੀ ਗੱਲ ਹੋਈ ਸੀ ਤੇ ਫਿਰ ਬਾਬਾ ਮਾਹਰ ਨਾਮ ਸੁਣਾ ਕਿਹਾ ਸੀਗਾ ਕਿ ਤੁਸੀਂ ਕੋਈ ਫਿਕਰ ਨਾ ਕਰੋ, ਕਿਉਂਕਿ ਇਹਨਾਂ ਸਾਧੂ ਸੰਤਾਂ ਨੂੰ ਜੇਲ੍ਹ ਵਿੱਚ ਕੱਢਣ ਦੀ ਜਿਹੜੀ ਜ਼ਿੰਮੇਵਾਰੀ ਦਾ ਜੋ ਕਾਰਜ ਹੈ, ਬਾਬਾ ਨਾਨਕ ਨੇ ਹੁਣ ਸਾਨੂੰ ਸੌਂਪਿਆ ਹੈਗਾ। ਇਸ ਕਰਕੇ ਤੁਸੀਂ ਅੱਜ ਆਰਾਮ ਦੇ ਨਾਲ ਪ੍ਰਸ਼ਾਦਾ ਛਕੋ, ਸਾਡੇ ਪਾਸ ਰੁਕੋ, ਤੇ ਅਸੀਂ ਆਪਣਾ ਇੱਕ ਸੇਵਾਦਾਰ ਭੇਜਦੇ ਹਾਂ। ਤੇ ਇਹ ਜਿਹੜਾ ਸੇਵਾਦਾਰ ਹੈਗਾ, ਜਿੰਨੇ ਵੀ ਕੈਦੀ ਆ ਉਹਨਾਂ ਸਾਰਿਆਂ ਨੂੰ ਉਹਨਾਂ ਜੇਲ੍ਹਾਂ ਵਿੱਚ ਛਡਾਊਗਾ। ਜਦ ਇੰਨੀ ਗੱਲ ਹੋਈ, ਫਿਰ ਜਿਹੜੀ ਸਾਰੀ ਸੰਤ ਮੰਡਲੀ ਸੀਗੀ ਬੜੀ ਪ੍ਰਸੰਨ ਹੋਈ। ਉਸ ਟਾਈਮ ਮਹਾਂਪੁਰਖਾਂ ਨੇ ਪੰਡਿਤ ਰਾਮ ਸਿੰਘ ਜੀ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ, ਨੇਪਾਲ ਜਾਣ ਦੀ ਉੱਥੇ ਤਿਆਰੀ ਕਰੋ। ਉੱਥੇ ਜਾ ਕੇ ਰਾਜੇ ਦਾ ਜੋ ਆਦੇਸ਼ ਆ ਕਿ ਜਾਂ ਤਾਂ ਕੋਈ ਮੈਨੂੰ ਕਰਾਮਾਤ ਦਿਖਾੜੇ ਜਾਂ ਕੁਛ ਹੋਰ ਕਰੇ, ਜੋ ਵੀ ਉਹ ਕਹੇ ਤੁਸੀਂ ਉਹ ਕਾਰਜ ਕਰ ਦੇਣਾ ਹੈਗਾ। ਤੁਹਾਡੇ ਅੰਦਰ ਅਸੀਂ ਸਾਰੀਆਂ ਸ਼ਕਤੀਆਂ ਦਾ ਜਿਹੜਾ ਆਦਾਨ ਪ੍ਰਦਾਨ ਹੈਗਾ, ਬਾਬੇ ਨਾਨਕ ਦੀ ਮਿਹਰ ਦੇ ਨਾਲ ਤੁਹਾਡੇ ਅੰਦਰ ਭਰ ਦਿੱਤਾ ਹੈਗਾ। ਜਦ ਇਸ ਤਰ੍ਹਾਂ ਦਾ ਬਚਨ ਕੀਤਾ ਸੀ, ਫਿਰ ਪੰਡਿਤ ਰਾਮ ਸਿੰਘ ਜਿਹੜੇ ਸੀ ਬੜੇ ਪ੍ਰਸੰਨ ਹੋਏ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਪੰਡਿਤ ਰਾਮ ਸਿੰਘ ਹੁਣਾਂ ਨੂੰ ਇਹ ਆਖਿਆ ਕਿ ਤੁਹਾਡੀ ਸੇਵਾ ਸਦਕਾ ਤੁਹਾਨੂੰ ਅਸੀਂ ਨੇਪਾਲ ਦਾ ਰਾਜਗੁਰੂ ਵੀ ਜਿਹੜਾ ਹੈਗਾ ਉਹ ਬਣਾ ਦਿੱਤਾ ਹੈਗਾ। ਉੱਥੇ ਤੁਹਾਡੀ ਤਸਵੀਰ ਵੀ ਲੱਗੂਗੀ ਤੇ ਤੁਹਾਡੀ ਉੱਥੇ ਬੜੀ ਜੈ ਜੈਕਾਰ ਹੋਗੀ। ਇਸ ਤਰ੍ਹਾਂ ਦੇ ਜਿਹੜੇ ਬਚਨ ਸੀ, ਬਾਬਾ ਮਾਹਰ ਨਾਮ ਸੁਣਾ ਨੇ ਪੰਡਿਤ ਰਾਮ ਸਿੰਘ ਹੁਣਾਂ ਨੂੰ ਕਹਿ ਕੇ ਵਧਾਈ ਦੇ ਕੇ ਜਦ ਨੇਪਾਲ ਤੋਰਿਆ ਸੀਗਾ। ਤੇ ਫਿਰ ਇਹ ਵੀ ਬਚਨ ਆਖਿਆ ਸੀਗਾ ਕਿ ਜਦੋਂ ਤੁਸੀਂ ਸਾਰਾ ਕਾਰਜ ਨਿਬੇੜ ਲਓਗੇ ਤੇ ਵਾਪਸ ਆਉਂਦੇ ਸਮੇਂ ਤੁਸੀਂ ਰਾਜੇ ਤੋਂ ਰੁਦਰ ਰਾਖਸ਼ ਦੀ ਮਾਲਾ ਦਾ ਇੱਕ ਜਿਹੜਾ ਮੇਨ ਮਣਕਾ ਹੈਗਾ ਉਹ ਸਾਡੇ ਵਾਸਤੇ ਲੈ ਕੇ ਆਇਓ। ਇਸ ਤਰ੍ਹਾਂ ਦੀਆਂ ਹਦਾਇਤਾਂ ਦੇ ਕੇ ਫਿਰ ਮਹਾਂਪੁਰਖਾਂ ਨੇ ਪੰਡਿਤ ਰਾਮ ਸਿੰਘ ਹੁਣਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਨੇਪਾਲ ਭੇਜਿਆ ਸੀਗਾ। ਤੇ ਫਿਰ ਪੰਡਿਤ ਰਾਮ ਸਿੰਘ ਨੇ ਮਹਾਂਪੁਰਖਾਂ ਦੀ ਅਸ਼ੀਰਵਾਦ ਸਦਕਾ ਉੱਥੇ ਜਿਹੜੇ ਕੈਦ ਕੀਤੇ ਹੋਏ ਜਿੰਨੇ ਵੀ ਸਾਧੂ ਮਹਾਤਮਾ ਸੀਗੇ ਉਹ ਜੇਲ੍ਹਾਂ ਤੋਂ ਛੁਡਾਏ ਸੀ ਤਾਂ ਆਪ ਰਾਜ ਗੁਰੂ ਦੀ ਜਿਹੜੀ ਪਦਵੀ ਸੀ ਉਹ ਨੇਪਾਲ ਦੇ ਵਿੱਚ ਹਾਸਲ ਕੀਤੀ ਸੀਗੀ। ਇੱਕ ਵਾਰ ਕੀ ਹੋਇਆ ਕਿ ਇੱਕ ਕੋਈ ਪ੍ਰੇਮੀ ਜਿਹਦੇ ਸਹੁਰੇ ਭੁੱਚੋ ਸੀਗੇ, ਇਹ ਜਿਹੜਾ ਸੀਗਾ ਇਹ ਆਪਣੇ ਇੱਕ ਰਿਸ਼ਤੇਦਾਰ ਜਿਹਦਾ ਨਾਂ ਸਰਦਾਰ ਬਰਿਆਮ ਸਿੰਘ ਸੀ, ਉਸ ਨੂੰ ਲੈ ਕੇ ਮਹਾਂਪੁਰਖਾਂ ਦੇ ਪਾਸ ਭੁੱਚੋ ਸਥਾਨ 'ਤੇ ਪਹੁੰਚਾ। ਜਦ ਪਹੁੰਚਾ ਇਹਨੇ ਆ ਕੇ ਇੱਥੇ ਡੰਡੌਤ ਬੰਦਨਾ ਕੀਤੀ ਤੇ ਬਾਬਾ ਜੀ ਨੇ ਫਿਰ ਇਸ ਦਾ ਜਿਹੜਾ ਨਾਮ ਪਤਾ ਸਾਰਾ ਲਿਖਾਇਆ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਪੁੱਛਿਆ ਵੀ ਦੱਸੋ ਕਿਵੇਂ ਆਏ ਆ। ਫਿਰ ਭਾਈ ਬਰਿਆਮ ਸਿੰਘ ਹੋਣਾ ਨੇ ਬੇਨਤੀ ਕੀਤੀ ਸੀ ਕਿ ਇਹ ਸਾਡੇ ਰਿਸ਼ਤੇਦਾਰ ਲੱਗਦੇ ਆ ਤੇ ਇਹਨਾਂ ਦੇ ਇੱਕ ਬੱਚਾ ਲੜਕਾ ਹੋਇਆ ਹੈ ਤੇ ਜਿਹੜਾ ਬਹੁਤ ਬਿਮਾਰ ਹੈਗਾ, ਇਸ ਕਰਕੇ ਤੁਸੀਂ ਕਿਰਪਾ ਕਰੋ ਕਿ ਉਹ ਬੱਚਾ ਜਿਹੜਾ ਨਾ ਬਿਲਕੁਲ ਠੀਕ ਹੋ ਜਾਵੇ। ਜਦ ਇਹ ਬਚਨ ਭਾਈ ਬਰਿਆਮ ਸਿੰਘ ਹੋਣਾ ਨੇ ਮਹਾਂਪੁਰਖਾਂ ਦੇ ਚਰਨਾਂ 'ਚ ਕੀਤਾ ਸੀ ਤਾਂ ਬਾਬਾ ਜੀ ਨੇ ਆਖਿਆ ਸੀਗਾ ਵੀ ਦੇਖੋ ਇਹ ਸਾਰੇ ਲੈਣੇ ਦੇਣੇ ਦੇ ਸੰਬੰਧ ਹੈਗੇ ਆ। ਜਦੋਂ ਬੱਚੇ ਦਾ ਪਿਛਲਾ ਹਿਸਾਬ ਕਿਤਾਬ ਜਿਹੜਾ ਹੈਗਾ ਪੂਰਾ ਹੋ ਜਾਊਗਾ ਤਾਂ ਉਹ ਬੱਚਾ ਜਿਹੜਾ ਹੈਗਾ ਇੱਥੋਂ ਸੰਸਾਰ ਤੋਂ ਚਲਾ ਜਾਊਗਾ। ਜਦ ਇਹ ਬਚਨ ਬਾਬਾ ਜੀ ਨੇ ਆਖੇ ਸੀ ਤੇ ਫਿਰ ਭਾਈ ਬਰਿਆਮ ਸਿੰਘ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਸੰਤਾਨ ਤੋਂ ਬਗੈਰ ਮਾਂ ਬਾਪ ਦੀ ਜਿਹੜੀ ਜਾਨ ਨਿਕਲ ਜਾਂਦੀ ਹੈ, ਤੁਸੀਂ ਆਪ ਹੀ ਕਿਰਪਾ ਕਰੋ ਕਿ ਬੱਚਾ ਜਿਹੜਾ ਹੈ ਨਾ ਸਦੀਵ ਹੀ ਇਸ ਸੰਸਾਰ ਦੇ ਵਿੱਚ ਰਹੇ ਤੇ ਇਸ ਘਰ ਦੀ ਜਿਹੜੀ ਉਹ ਸ਼ੋਭਾ ਬਣੇ। ਜਦ ਇਸ ਤਰ੍ਹਾਂ ਦੇ ਬਚਨ ਕੀਤੇ ਫਿਰ ਮਹਾਂਪੁਰਖਾਂ ਨੇ ਆਖਿਆ, ਕਹਿੰਦੇ ਚਲੋ ਠੀਕ ਆ, ਕਿਉਂਕਿ ਤੁਸੀਂ ਬਹੁਤ ਦੇਰ ਤੋਂ ਸਾਡੀ ਸੇਵਾ ਕਰਦੇ ਆ ਤੇ ਇੱਕ ਅਸੀਂ ਤੁਹਾਨੂੰ ਬਚਨ ਆਖਦੇ ਆ, ਅਗਰ ਇਹ ਮੰਨ ਲੈਣਗੇ ਤਾਂ ਠੀਕ ਆ, ਅਗਰ ਨਹੀਂ ਮੰਨੇ ਤਾਂ ਭਾਈ ਫਿਰ ਬੜੀ ਮੁਸ਼ਕਿਲ ਹੋ ਜਾਊਗੀ। ਜਦ ਇਹ ਬਚਨ ਮਹਾਂਪੁਰਖਾਂ ਨੇ ਭਾਈ ਬਰਿਆਮ ਸਿੰਘ ਨੂੰ ਆਖੇ ਸੀ ਤਾਂ ਭਾਈ ਬਰਿਆਮ ਸਿੰਘ ਕਹਿਣ ਲੱਗੇ ਕਿ ਦੱਸੋ ਤੁਸੀਂ ਹੁਕਮ ਕਰੋ ਕੀ ਕਰਨਾ ਹੈ। ਤਾਂ ਬਾਬਾ ਜੀ ਨੇ ਆਖਿਆ ਸੀਗਾ ਕਿ ਬਚਨ ਮੰਨਣਾ ਇਹਨਾਂ ਵਾਸਤੇ ਬੜਾ ਮੁਸ਼ਕਿਲ ਹੈਗਾ, ਪਰ ਤੇਰੇ ਕਹਿਣ 'ਤੇ ਅਸੀਂ ਦੱਸ ਦਿੰਦੇ ਹਾਂ ਕਿ ਇਹ ਜਿਹੜੇ ਤੁਹਾਡੇ ਰਿਸ਼ਤੇਦਾਰ ਪ੍ਰਾਹੁਣੇ ਹੈਗੇ ਆ, ਅਗਰ ਇਹ ਸਮਾਂ ਬਣਨ ਦੇ ਉੱਤੇ ਆਪਣੇ ਜਿਹੜੇ ਰਿਸ਼ਤੇਦਾਰ ਸਾਰੇ ਇਕੱਠੇ ਕਰਕੇ ਸੰਗਤ ਇਕੱਠੀ ਕਰਕੇ ਘਰ ਦੇ ਵਿੱਚ 100 ਰੁਪਏ ਦਾ ਜਿਹੜਾ ਭੰਡਾਰਾ ਹੈਗਾ ਉਹ ਖੁੱਲ੍ਹ ਕੇ ਕਿਸੇ ਸਾਧੂ ਸੰਤ ਮਹਾਤਮਾ ਨੂੰ ਛਕਾਉਣਗੇ ਤੇ ਇਸ ਬੱਚੇ ਦੀ ਜਿਹੜੀ ਜਾਨ ਹੈਗੀ ਆ ਉਹ ਪੂਰੀ ਤਰ੍ਹਾਂ ਬਚ ਜਾਊਗੀ ਤੇ ਇਹ ਘਰ ਦੀ ਸ਼ੋਭਾ ਬਣ ਜਾਏਗਾ। ਜਦ ਇਹ ਬਚਨ ਮਹਾਂਪੁਰਖਾਂ ਨੇ ਆਖਿਆ ਸੀਗਾ ਤੇ 100 ਰੁਪਏ ਦਾ ਦਾਨ ਸੁਣ ਕੇ ਭਾਈ ਬਰਿਆਮ ਸਿੰਘ ਦੇ ਰਿਸ਼ਤੇਦਾਰ ਨੇ ਪਹਿਲਾਂ ਤਾਂ ਹਾਮੀ ਭਰ ਦਿੱਤੀ ਸੀ ਤੇ ਬਾਬਾ ਜੀ ਨੇ ਆਖਿਆ ਸੀਗਾ ਕਿ ਅਗਰ ਤੁਸੀਂ ਬਚਨਾਂ 'ਤੇ ਪੂਰੇ ਰਹੋਗੇ ਤੇ ਫਿਰ ਤੁਹਾਡੀ ਚੜ੍ਹਦੀ ਕਲਾ ਬਣੀ ਰਹੂਗੀ। ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਤੁਸੀਂ ਹੁਣ ਘਰ ਜਾਓ, ਬੱਚਾ ਠੀਕ ਠਾਕ ਹੈ।
ਸੋ ਜਦੋਂ ਭਾਈ ਬਰਿਆਮ ਸਿੰਘ ਦੇ ਰਿਸ਼ਤੇਦਾਰ ਆਪਣੇ ਪਿੰਡ ਪਹੁੰਚੇ ਸੀ ਤਾਂ ਕੀ ਦੇਖਿਆ ਸੀਗਾ, ਜਿਹੜਾ ਬੱਚਾ ਬਿਮਾਰ ਸੀ ਆਪਣੀ ਮਾਤਾ ਦਾ ਦੁੱਧ ਚੁੰਗ ਰਿਹਾ ਸੀਗਾ ਤੇ ਬਿਲਕੁਲ ਠੀਕ ਠਾਕ ਹੋ ਗਿਆ ਸੀਗਾ। ਉਸ ਤੋਂ ਬਾਅਦ ਸਮਾਂ ਲੰਘਦਾ ਗਿਆ, ਪਰ ਇਸ ਪਰਿਵਾਰ ਨੇ ਜਿਹੜਾ ਮਹਾਂਪੁਰਖਾਂ ਦਾ ਬਚਨ ਨਹੀਂ ਮੰਨਿਆ। ਜਿਹੜਾ 100 ਰੁਪਈਆ ਮਹਾਂਪੁਰਖਾਂ ਨੇ ਭੰਡਾਰਾ ਕਰਨ ਵਾਸਤੇ, ਦਾਨ ਕਰਨ ਵਾਸਤੇ ਇਹਨਾਂ ਨੂੰ ਕਿਹਾ ਸੀ, ਇਹਨਾਂ ਨੇ ਬਿਲਕੁਲ ਜਿਹੜਾ ਸੀਗਾ ਇਹ ਮੂਲੋਂ ਹੀ ਇਸ ਗੱਲ ਨੂੰ ਨਕਾਰ ਦਿੱਤਾ ਔਰ ਉਹ ਭੁੱਲ ਗਏ। ਪਰ ਉਹ ਜਿਹੜਾ ਬੱਚਾ ਜਦ 16 ਸਾਲ ਦਾ ਹੋਇਆ, ਬਚਨ ਨਾ ਮੰਨਣ ਕਰਕੇ ਅਚਨਚੇਤ ਜਿਹੜਾ ਸੀਗਾ ਇੱਕਦਮ ਜ਼ਿਆਦਾ ਬਿਮਾਰ ਹੋ ਗਿਆ ਤੇ ਇਸ ਸੰਸਾਰ ਤੋਂ ਕਾਲ ਚਲਾਣਾ ਕਰ ਗਿਆ ਸੀ। ਇੱਕ ਵਾਰ ਇੱਕ ਪ੍ਰੇਮੀ ਮਹਾਂਪੁਰਖਾਂ ਦੇ ਪਾਸ ਆਇਆ ਤੇ ਇਹ ਜਿਹੜਾ ਪ੍ਰੇਮੀ ਸੀ ਬੜਾ ਗਰੀਬੜਾ ਜਿਹਾ ਸੀਗਾ ਔਰ ਬਿਲਕੁਲ ਇਹ ਮਾਨਸਿਕ ਰੋਗੀ ਵੀ ਸੀਗਾ ਤੇ ਸਰੀਰਕ ਤਰ੍ਹਾਂ ਪੂਰੀ ਤਰ੍ਹਾਂ ਰੋਗੀ ਸੀਗਾ। ਜਦ ਮਹਾਂਪੁਰਖਾਂ ਦੇ ਪਾਸ ਇਹਨੇ ਆ ਕੇ ਬੇਨਤੀ ਕੀਤੀ ਸੀ ਤੇ ਫਿਰ ਬਾਬਾ ਜੀ ਨੂੰ ਇਹਦੇ ਉੱਤੇ ਬੜਾ ਤਰਸ ਆਇਆ ਸੀ ਤੇ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਵੀ ਚਲੋ ਠੀਕ ਆ, ਤੁਸੀਂ ਇੱਥੇ ਬੈਠੋ। ਜਦ ਇਹ ਪ੍ਰੇਮੀ ਬੈਠਾ ਹੈਗਾ ਤਾਂ ਮਹਾਂਪੁਰਖਾਂ ਆਪਣੇ ਸੇਵਾਦਾਰ ਕੋਲ ਬੁਲਾਏ, ਉਹਨਾਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਇਹਦਾ ਇਸ਼ਨਾਨ ਕਰਾਓ, ਇਸ਼ਨਾਨ ਕਰਕੇ ਇਹਦੀ ਸ਼ਰਾ ਕਰਾ ਦਿਓ। ਜਦ ਇੰਨੀ ਗੱਲ ਹੋਈ ਸੀ, ਉਹ ਪ੍ਰੇਮੀਆਂ ਨੇ ਫਿਰ ਉਸ ਗਰੀਬੜੇ ਜਿਹੇ ਸਿੱਖ ਨੂੰ ਸਭ ਤੋਂ ਪਹਿਲਾਂ ਇਸ਼ਨਾਨ ਕਰਾਇਆ, ਆਪਣੇ ਕੋਲੋਂ ਬਸਤਰ ਪਵਾਏ, ਫਿਰ ਸ਼ਰਾ ਕਰਾਈ। ਸ਼ਰਾ ਕਰਾਉਣ ਤੋਂ ਬਾਅਦ ਜਦ ਮਹਾਂਪੁਰਖਾਂ ਦੇ ਪਾਸ ਇਸ ਨੂੰ ਜਾ ਕੇ ਖੜਾ ਕੀਤਾ, ਬਾਬਾ ਜੀ ਨੇ ਇਹਦੇ ਪਰ ਨਜ਼ਰ ਮਾਰ ਕੇ ਆਖਿਆ ਕਿ ਹੁਣ ਸਭ ਸ਼ੁੱਧ ਹੈਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇਸ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਇੱਥੇ ਪੁੱਜੋ ਰਹਿ ਕੇ ਜਦ ਤੱਕ ਅਸੀਂ ਕਹਿੰਦੇ ਹਾਂ ਤਦ ਤੱਕ ਤੁਸੀਂ ਰੋਕੇ ਹਨ, ਇੱਥੇ ਹੀ ਬੈਠ ਕੇ ਸੇਵਾ ਕਰੋ। ਸੋ ਉਸ ਪ੍ਰੇਮੀ ਨੇ ਜਿਹੜਾ ਸੀ 7 ਵਚਨ ਆਖਿਆ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਇਸ ਦਰੱਖਤ ਦੇ ਥੱਲੇ ਬੈਠ ਜਾਣਾ, ਇੱਥੇ ਬੈਠ ਕੇ ਭਜਨ ਸਿਮਰਨ ਕਰਨਾ ਹੈਗਾ। ਜਦ ਵੀ ਹੁਕਮ ਕਰਨਾ ਤੇ ਮਹਾਂਪੁਰਖਾਂ ਨੇ ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਸਭ ਬਿਠਾ ਦੇਣਾ, ਉੱਥੇ ਇਹਨੇ ਨਾਮ ਜਪੀ ਜਾਣਾ। ਜਦ ਰਾਤ ਹੋਣੀ ਤਾਂ ਮਹਾਂਪੁਰਖਾਂ ਨੇ ਉਸ ਜਗ੍ਹਾ ਤੋਂ ਉਠਾ ਕੇ ਦੂਸਰੀ ਜਗ੍ਹਾ ਇਹਨੂੰ ਸ਼ਿਫਟ ਕਰ ਦੇਣਾ ਤੇ ਕੇਵਲ ਮਹਾਂਪੁਰਖ ਇਹ ਤੋਂ ਨਾਮ ਹੀ ਜਪਾਉਂਦੇ ਹੁੰਦੇ ਸੀ। ਸੋ ਪ੍ਰੇਮੀ ਜਿਹੜਾ ਸੀਗਾ ਇਹ ਦਿਨ ਨੂੰ ਵੀ ਨਾਮ ਜਪਦਾ ਰਹਿੰਦਾ ਸੀ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਨਾਮ ਜਪਦਾ ਰਹਿੰਦਾ ਸੀ। ਇਸ ਤਰ੍ਹਾਂ ਜਦ ਸਮਾਂ ਕੁਛ ਟਾਈਮ ਬੀਤਿਆ, ਤਕਰੀਬਨ ਜਦ ਸਾਲ ਹੋਇਆ ਤਾਂ ਇੱਕ ਦਿਨ ਬਾਬਾ ਜੀ ਨੇ ਇਸ ਨੂੰ ਆਪਣੇ ਪਾਸ ਬੁਲਾ ਕੇ ਕਹਿਣ ਲੱਗੇ ਕਿ ਹਾਂ ਪ੍ਰੇਮੀਆਂ, ਕੋਈ ਮਨ ਦੀ ਇੱਛਾ ਹੈਗੀ ਆ ਤਾਂ ਦੱਸ ਦੇ। ਜਦ ਇੰਨੀ ਗੱਲ ਹੋਈ ਸੀ, ਪ੍ਰੇਮੀ ਕਹਿਣ ਲੱਗੇ ਕਿ ਮਹਾਂਪੁਰਖੋ ਸਭ ਤੋਂ ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਬੜੀਆਂ ਇੱਛਾਵਾਂ ਸੀਗੀਆਂ, ਪਰ ਜਦੋਂ ਦਾ ਮੈਂ ਆਪ ਜੀ ਦੇ ਚਰਨਾਂ 'ਚ ਆਇਆ ਤੇ ਇੱਥੇ ਬੜਾ ਸੁੱਖ ਆ, ਬੜਾ ਆਨੰਦ ਆ, ਹੁਣ ਇੱਛਾ ਕੋਈ ਨਹੀਂ ਹੈ। ਜਦ ਇਸ ਨੇ ਇਸ ਤਰ੍ਹਾਂ ਦੀ ਜਿਹੜੀ ਆਪਣੇ ਮਨ ਦੀ ਭਾਵਨਾ ਮਹਾਂਪੁਰਖਾਂ ਦੇ ਅੱਗੇ ਪ੍ਰਗਟਾਈ ਸੀ ਤੇ ਬਾਬਾ ਜੀ ਨੇ ਆਖਿਆ ਸੀਗਾ ਕਿ ਅਗਰ ਫਿਰ ਵੀ ਕੋਈ ਤੇਰੇ ਮਨ ਦੇ ਵਿੱਚ ਇੱਛਾ ਛੁਪੀ ਹੋਈ ਹੈ ਤਾਂ ਸਾਨੂੰ ਦੱਸ ਦੇ। ਜਦ ਇੰਨੀ ਗੱਲ ਹੋਈ ਹੈ, ਫਿਰ ਇਸ ਪ੍ਰੇਮੀ ਨੇ ਬੜੀ ਦੱਬੀ ਜ਼ਬਾਨ ਵਿੱਚ ਬਾਬਾ ਮਾਰਨਾ ਸਿੰਘ ਬੇਨਤੀ ਕੀਤੀ ਸੀ ਕਿ ਇੱਕ ਇੱਛਾ ਮੇਰੇ ਮਨ ਦੇ ਵਿੱਚ ਸੀਗੀ ਕਿ ਅਗਰ ਮੇਰੇ ਪਾਸ ਕੁਛ ਪੈਸੇ ਹੋਣ ਤੇ ਮੈਂ ਜ਼ਮੀਨ ਜਾਇਦਾਦ ਖਰੀਦਾਂ, ਵਿਆਹ ਕਰਾਵਾਂ, ਮੇਰਾ ਘਰ ਪਰਿਵਾਰ ਹੋਵੇ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਮੌਜਾਂ ਮਾਣਾ, ਸੁਖੀ ਰਹਾਂ। ਜਦ ਇਹ ਬਚਨ ਨੇ ਆਪਣੇ ਜਿਹੜਾ ਦੱਬਿਆ ਸੀਗਾ ਬਾਬਾ ਜੀ ਦੇ ਅੱਗੇ ਪ੍ਰਗਟ ਕੀਤਾ, ਫਿਰ ਬਾਬਾ ਮਾਹਰਨਾਮ ਸਿੰਘ ਇਹਦੀ ਗੱਲ ਸੁਣ ਕੇ ਜਿਹੜੇ ਸੀ ਮੁਸਕਰਾਵੇ ਤੇ ਕਹਿਣ ਲੱਗੇ ਠੀਕ ਆ ਭਾਈ, ਇਸ ਤਰ੍ਹਾਂ ਹੀ ਹੋਵੇਗਾ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਆਪਣੇ ਮੁਨਸ਼ੀ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਨੂੰ ਆਖਿਆ ਕਿ ਤੁਸੀਂ ਸਾਨੂੰ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਰਿਆਸਤਾਂ ਹੈਗੀਆਂ ਉਹ ਦੱਸੋ ਵੀ ਕਿਹੜੀਆਂ ਰਿਆਸਤਾਂ ਲਾਗੇ ਹੈਗੀਆਂ। ਫਿਰ ਜਦ ਮੁਨਸ਼ੀ ਨੇ ਜਿਹੜੀਆਂ ਸੀਗੀਆਂ ਇਹ ਨਾਲ ਦੀਆਂ ਰਿਆਸਤਾਂ ਦਾ ਜ਼ਿਕਰ ਕੀਤਾ, ਫਿਰ ਬਾਬਾ ਜੀ ਨੇ ਜਿੱਥੇ ਗਵਾਲੀਅਰ ਦੀ ਰਿਆਸਤ ਸੀਗੀ, ਬਾਬਾ ਜੀ ਨੇ ਆਖਿਆ ਕਿ ਹਾਂ ਇਹ ਗਵਾਲੀਅਰ ਦੀ ਜਿਹੜੀ ਰਿਆਸਤ ਹੈਗੀ ਆ ਇਹ ਠੀਕ ਹੈਗੀ ਆ। ਪਰ ਇਹ ਬਚਨ ਜਿਹੜੇ ਸੀ ਉਹ ਨਾਲ ਦੇ ਕੋਈ ਸਮਝ ਨਹੀਂ ਸਕੇ। ਫਿਰ ਕੀ ਹੋਇਆ ਕਿ 2-4 ਦਿਨਾਂ ਦੇ ਬਾਅਦ ਹੀ ਇਹ ਜਿਹੜਾ ਪ੍ਰੇਮੀ ਗਰੀਬੜਾ ਜਿਹੜਾ ਸੀ ਇਹ ਬਿਮਾਰ ਹੋ ਗਿਆ। ਜਦ ਬਿਮਾਰ ਹੋਇਆ ਤੇ ਫਿਰ ਜਦ ਪ੍ਰੇਮੀਆਂ ਨੇ ਦੱਸਿਆ ਕਿ ਮਹਾਂਪੁਰਖ ਉਸ ਨੂੰ ਬੜਾ ਤੇਜ਼ ਬੁਖਾਰ ਹੈ, ਫਿਰ ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਕਿ ਇਸ ਤਰ੍ਹਾਂ ਕਰ, ਇਸ ਨੂੰ ਹੁਣ ਧੰਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਸੁਣਾਵੋ। ਜਦ ਪ੍ਰੇਮੀਆਂ ਨੇ ਹੁਕਮ ਮੰਨ ਕੇ ਇਸ ਗਰੀਬੜੇ ਜਿਹੇ ਸਿੱਖ ਨੂੰ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਸੁਣਾਇਆ, ਜਿਉਂ ਹੀ ਬਾਣੀ ਦਾ ਭੋਗ ਪਿਆ, ਉਹ ਜਿਹੜਾ ਸਿੱਖ ਸੀ ਜਿਹਨੂੰ ਬੁਖਾਰ ਚੜਿਆ ਹੋਇਆ ਸੀਗਾ ਉਹ ਅਕਾਲ ਚਲਾਣਾ ਕਰ ਗਿਆ। ਜਦੋਂ ਕਾਲ ਚਲਾਣਾ ਕਰ ਗਿਆ ਤਾਂ ਪ੍ਰੇਮੀਆਂ ਨੇ ਦੇਖਿਆ ਕਿ ਇਸ ਦਾ ਸਰੀਰ ਆਕੜ ਗਿਆ ਹੈ। ਉਹਨਾਂ ਨੇ ਜਾ ਕੇ ਬਾਬਾ ਮਾਹਰਨਾਮ ਸਿੰਘ ਬੇਨਤੀ ਕੀਤੀ ਤੇ ਬਾਬਾ ਜੀ ਆਖਦੇ ਵੀ ਹਾਂ ਹੁਣ ਤੁਸੀਂ ਇਸ ਤਰ੍ਹਾਂ ਕਰੋ, ਇਸ ਦਾ ਇਸ਼ਨਾਨ ਪਾਣੀ ਕਰਕੇ ਤੇ ਇਹਦਾ ਹੁਣ ਸੰਸਕਾਰ ਜਿਹੜਾ ਹੈਗਾ ਇਹ ਇੱਧਰ ਹੀ ਕਰ ਦਿਓ। ਸੋ ਇਹ ਬਚਨ ਮੰਨ ਕੇ ਮਹਾਂਪੁਰਖਾਂ ਨੇ ਉਸ ਦਾ ਜਿਹੜਾ ਸੰਸਕਾਰ ਸੀਗਾ ਇੱਧਰ ਹੀ ਕਰ ਦਿੱਤਾ ਸੀਗਾ। ਉਸ ਤੋਂ ਥੋੜ੍ਹੇ ਦਿਨਾਂ ਬਾਅਦ ਉਸ ਪ੍ਰੇਮੀ ਦੀ ਇੱਕ ਭੈਣ ਆਈ ਸੀ। ਜਦ ਉਹਦੀ ਭੈਣ ਆਈ, ਉਹਨੇ ਆ ਕੇ ਮਹਾਂਪੁਰਖਾਂ ਨੂੰ ਦੱਸਿਆ ਕਿ ਮੇਰਾ ਇੱਕ ਭਰਾ ਸੀਗਾ ਜਿਹੜਾ ਬੜਾ ਬਿਮਾਰ ਰਹਿੰਦਾ ਸੀਗਾ ਅਤੇ ਬੜਾ ਮਾਨਸਿਕ ਹਾਲਤ ਵਿੱਚ ਬੜਾ ਦੁਖੀ ਸੀਗਾ ਅਤੇ ਅਸੀਂ ਉਹਦੀ ਭਾਲ ਕਰਦੇ ਸੀ, ਪਰ ਸਾਨੂੰ ਪਤਾ ਲੱਗਾ ਕਿ ਉਹ ਆਪ ਜੀ ਦੇ ਪਾਸ ਆ ਕੇ ਇੱਥੇ ਸਾਲ ਰਿਹਾ ਹੈਗਾ ਅਤੇ ਉਹ ਨੇ ਆਪ ਜੀ ਦੀ ਸੇਵਾ ਕੀਤੀ ਆ। ਜਦ ਇਹ ਬਚਨ ਉਹਦੀ ਭੈਣ ਨੇ ਬਾਬਾ ਜੀ ਦੇ ਨਾਲ ਸਾਂਝੇ ਕੀਤੇ ਸੀ, ਫਿਰ ਮਹਾਂਪੁਰਖਾਂ ਨੇ ਉਹਦੀ ਭੈਣ ਨੂੰ ਇਹ ਆਖਿਆ ਸੀਗਾ ਕਿ ਤੇਰੇ ਰੋਣ ਦਾ ਹੁਣ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜਿਹੜਾ ਤੇਰਾ ਭਰਾ ਸੀਗਾ ਉਹ ਹੁਣ ਗਵਾਲੀਅਰ ਦੇ ਰਾਜ ਦਾ ਮਾਲਕ ਬਣ ਚੁੱਕਾ ਹੈਗਾ, ਪਰ ਉਹਦੇ ਉੱਤੇ ਤੇਰੇ ਗੱਲ ਦਾ ਮਨ ਦਾ ਹੁਣ ਕੋਈ ਅਸਰ ਨਹੀਂ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਂਪੁਰਖਾਂ ਨੇ ਉਸ ਗਰੀਬੜੇ ਜਿਹੇ ਸਿੱਖ ਨੂੰ
ਭਜਨ ਸਿਮਰਨ ਕਰਾ ਕੇ ਉਹਦੀ ਮਨ ਦੀ ਇੱਛਾ ਨੂੰ ਪੂਰਤੀ ਵਾਸਤੇ ਉਹਦਾ ਅਗਲਾ ਜਿਹੜਾ ਜਨਮ ਸੀਗਾ ਉਹ ਗਵਾਲੀਅਰ ਦੇ ਰਾਜ ਘਰਾਣੇ ਦੇ ਵਿੱਚ ਕਰਾ ਦਿੱਤਾ ਸੀ। ਉਸ ਤੋਂ ਬਾਅਦ ਫਿਰ ਉਹ ਜਿਹੜਾ ਲੜਕਾ ਸੀਗਾ ਮਹਾਂਪੁਰਖਾਂ ਦੇ ਪਾਸ, ਉਹ ਫਿਰ ਅਗਲੇ ਜਨਮ ਦੇ ਵਿੱਚ ਗਵਾਲੀਅਰ ਦਾ ਰਾਜਾ ਬਣਿਆ ਸੀਗਾ। ਇੱਕ ਵਾਰ ਕੀ ਹੋਇਆ ਕਿ ਇੱਕ ਜਿਹੜੀ ਮਲੂਕੇ ਦੀ ਸੰਗਤ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਜਿਹਦੇ 7-8 ਪ੍ਰੇਮੀ ਸੀ, ਉਹ ਮਹਾਂਪੁਰਖਾਂ ਦੇ ਪਾਸ ਜਦ ਆਏ ਆ ਤੇ ਆਉਣ ਲੱਗੇ, ਉਹ ਇੱਕ ਦੁੱਧ ਦੀ ਜਿਹੜੀ ਗਾਗਰ ਸੀਗੀ ਉਹ ਭਰ ਕੇ ਲੈ ਕੇ ਆਏ। ਜਦ ਉਹ ਦੁੱਧ ਦੀ ਗਾਗਰ ਸਿਰ ਤੇ ਭਰ ਕੇ ਲੈ ਕੇ ਮਹਾਂਪੁਰਖਾਂ ਦੇ ਪਾਸ ਪਹੁੰਚੇ ਸੀ, ਉਹਨਾਂ ਨੇ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਮਹਾਂਪੁਰਖਾਂ ਨੇ ਉਹ ਜਿਹੜੀ ਦੁੱਧ ਦੀ ਗਾਗਰ ਸੀ ਸੇਵਾਦਾਰ ਨੂੰ ਆਖਿਆ ਕਿ ਸਭ ਤੋਂ ਪਹਿਲਾਂ ਇਹਦੀ ਸ਼ਰ੍ਹਾ ਕਰਾਓ। ਸੋ ਸੇਵਾਦਾਰਾਂ ਨੇ ਹੁਕਮ ਮੰਨ ਕੇ ਉਹ ਜਿਹੜੀ ਗਾਗਰ ਸੀ ਉਹਦੀ ਸ਼ਰ੍ਹਾ ਕਰਾਤੀ। ਸ਼ਰ੍ਹਾ ਕਰਾ ਕੇ ਮਹਾਂਪੁਰਖਾਂ ਦੇ ਪਾਸ ਫਿਰ ਅੱਗੇ ਪੇਸ਼ ਕੀਤੀ ਤੇ ਬਾਬਾ ਜੀ ਨੇ ਆਖਿਆ ਕਿ ਹਾਂ ਹੁਣ ਇਹ ਬਿਲਕੁਲ ਸ਼ੁੱਧ ਹੈਗੀ ਆ। ਉਸ ਤੋਂ ਬਾਅਦ ਫਿਰ ਜਿੰਨੀ ਵੀ ਸੰਗਤ ਸੀ ਮਹਾਂਪੁਰਖਾਂ ਨੇ ਕਿਹਾ ਵੀ ਸਾਰੀ ਸੰਗਤ ਨੂੰ ਦੁੱਧ ਛਕਾਵੋ। ਫਿਰ ਸਾਰੀ ਸੰਗਤ ਨੇ ਜਦੋਂ ਦੁੱਧ ਛਕਿਆ ਸੀਗਾ ਤੇ ਫਿਰ ਵੀ ਉਸ ਗਾਗਰ ਦੇ ਵਿੱਚੋਂ 3-4 ਸਿਰ ਦੁੱਧ ਜਿਹੜਾ ਬਾਕੀ ਰਹਿ ਗਿਆ ਸੀਗਾ। ਜਦ 3-4 ਸਿਰ ਦੁੱਧ ਬਾਕੀ ਰਹਿ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇਹ ਆਖਿਆ ਵੀ ਭਾਈ ਇਹ ਜਿਹੜਾ ਦੁੱਧ ਹੈ ਇਸ ਨੂੰ ਹੁਣ ਅੰਦਰ ਰੱਖ ਦਿਓ। ਉਸ ਤੋਂ ਬਾਅਦ ਜਦੋਂ ਦੁੱਧ ਅੰਦਰ ਰੱਖਿਆ ਗਿਆ ਤੇ ਜਿਹੜੀ ਮਲੂਕੇ ਨਗਰ ਤੋਂ ਆਈ ਸੰਗਤ ਸੀ ਉਹਦੇ ਬਾਕੀ ਪ੍ਰੇਮੀ ਤਾਂ ਜਿਹੜੇ ਸੀ ਉਹ ਵਾਪਸ ਮੁੜ ਗਏ, ਪਰ 2 ਪ੍ਰੇਮੀ ਜਿਹਨਾਂ ਦਾ ਨਾਂ ਸੀ ਭਾਈ ਹਾਕਮ ਸਿੰਘ ਤੇ ਭਾਈ ਗੁਰਮੁਖ ਸਿੰਘ, ਇਹ ਇੱਕ ਰਾਤ ਵਾਸਤੇ ਨਾ ਮਹਾਂਪੁਰਖਾਂ ਦੇ ਪਾਸ ਰੁਕ ਗਏ। ਜਦ ਰੁਕੇ ਆ ਤੇ ਰਾਤ ਨੂੰ ਗਰਮੀ ਬੜੀ ਹੋਈ ਤੇ ਬਾਬਾ ਜੀ ਨੂੰ ਉਹ ਜਿਹੜਾ 3-4 ਸ਼ੇਰ ਦੁੱਧ ਬਚਿਆ ਸੀਗਾ ਉਹ ਪ੍ਰੇਮੀ ਨੂੰ ਆਖਿਆ ਵੀ ਲੈ ਕੇ ਆਵੋ। ਉਹ ਪ੍ਰੇਮੀ ਜਦ ਦੁੱਧ ਲੈ ਕੇ ਆਏ ਤੇ ਬਾਬਾ ਜੀ ਨੇ ਭਾਈ ਹਾਕਮ ਸਿੰਘ ਤੇ ਭਾਈ ਗੁਰਮੁਖ ਸਿੰਘ ਨੂੰ ਆਖਿਆ, ਕਹਿੰਦੇ ਭਾਈ ਵੀ ਆ ਜਿਹੜਾ ਬਚਿਆ ਦੁੱਧ ਹਨ ਇਹ ਤੁਸੀਂ ਛਕ ਲਓ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਹਾਕਮ ਸਿੰਘ ਗੁਰਮੁਖ ਸਿੰਘ ਨੇ ਜਦੋਂ ਉਹ ਜਿਹੜਾ ਦੁੱਧ ਸੀਗਾ ਉਸ ਦਾ ਢੱਕਣ ਚੱਕ ਕੇ ਜਦ ਦੇਖਿਆ ਤੇ ਕੀ ਦੇਖਿਆ, ਸਾਰਾ ਜਿਹੜਾ ਦੁੱਧ ਸੀਗਾ ਉਹ ਖਰਾਬ ਹੋ ਗਿਆ ਸੀਗਾ। ਜਦ ਖਰਾਬ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਮਹਾਂਪੁਰਖ ਨੂੰ ਆਖਿਆ ਕਿ ਬਾਬਾ ਜੀ ਉਹ ਜਿਹੜਾ ਦੁੱਧ ਉਹ ਤਾਂ ਗਰਮੀ ਨਾਲ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਤੇ ਬਾਬਾ ਜੀ ਕਹਿਣ ਲੱਗੇ ਵੀ ਭਾਈ ਖਰਾਬ ਹੋ ਗਿਆ ਫਿਰ ਕੀ ਗੱਲ ਹੈ, ਤੁਸੀਂ ਛਕ ਲਓ। ਜਦ ਇੰਨੀ ਗੱਲ ਹੋਈ ਤੇ ਕਹਿਣ ਲੱਗੇ ਜੀ ਖਰਾਬ ਹੋਇਆ ਦੁੱਧ ਅਸੀਂ ਕਿਵੇਂ ਛਕਾਂਗੇ। ਬਾਬਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਫਿਰ ਨਹੀਂ ਤੁਸੀਂ ਨਹੀਂ ਛਕਣਾ ਤਾਂ ਰੱਖ ਦਿਓ। ਉਸ ਤੋਂ ਬਾਅਦ ਜਦ ਸਵੇਰਾ ਹੋਇਆ ਤਾਂ ਮਹਾਂਪੁਰਖਾਂ ਨੇ ਆਖਿਆ ਵੀ ਭਾਈ ਜਿਹੜੀ ਮਲੂਕੇ ਤੋਂ ਕੋਈ ਸੰਗਤ ਆਈ ਦਾ ਤਾਂ ਦੱਸੋ। ਪਰ ਭਾਈ ਹਾਕਮ ਸਿੰਘ ਤੇ ਭਾਈ ਗੁਰਮੁਖ ਸਿੰਘ ਨੇ ਆਖਿਆ ਜੀ ਅਸੀਂ 2 ਜਣੇ ਮਲੂਕੇ ਤੋਂ, ਹੋਰ ਤਾਂ ਕੋਈ ਸੰਗਤ ਨਹੀਂ ਆਈ। ਤੇ ਬਾਬਾ ਜੀ ਆਖਣ ਲੱਗੇ ਕਹਿੰਦੇ ਚਲੋ ਕੋਈ ਗੱਲ ਨਹੀਂ ਥੋੜ੍ਹਾ ਇੰਤਜ਼ਾਰ ਕਰੋ। ਪਰ ਜਦੋਂ ਥੋੜ੍ਹਾ ਇੰਤਜ਼ਾਰ ਕੀਤਾ ਉਸ ਟਾਈਮ ਮਲੂਕੇ ਤੋਂ ਇੱਕ ਮਾਈ ਤੇ ਉਸ ਦੀ ਜਿਹੜੀ ਵਿਆਹੀ ਹੋਈ ਲੜਕੀ ਤੇ ਨਾਲ ਦੋਤੇ ਦੋਤੀਆਂ ਉਹ ਇਕੱਠੇ ਹੋ ਕੇ ਮਹਾਂਪੁਰਖਾਂ ਦੇ ਪਾਸ ਪਹੁੰਚੇ। ਇਹਨਾਂ ਨੇ ਆ ਕੇ ਨਾ ਬਾਬਾ ਜੀ ਨੂੰ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਫਿਰ ਭਾਈ ਹਾਕਮ ਸਿੰਘ ਤੇ ਗੁਰਮੁਖ ਸਿੰਘ ਉਹਨਾਂ ਨੇ ਉਸ ਮਾਈ ਨੂੰ ਪਛਾਣ ਲਿਆ, ਕਹਿਣ ਲੱਗੇ ਜੀ ਇਹ ਤਾਂ ਮਾਈ ਸਾਡੇ ਪਿੰਡ ਦੀ ਆ। ਬਾਬਾ ਜੀ ਆਖਣ ਲੱਗੇ ਚਲੋ ਕੋਈ ਗੱਲ ਨਹੀਂ, ਅਗਰ ਪਿੰਡ ਦੀ ਹੈ ਤੇ ਇਸ ਨੂੰ ਤੁਸੀਂ ਉਹ ਦੁੱਧ ਪਿਲਾ ਦਿਓ। ਜਦ ਇੰਨੀ ਗੱਲ ਹੋਈ ਆ ਤੇ ਭਾਈ ਹਾਕਮ ਸਿੰਘ ਤੇ ਭਾਈ ਗੁਰਮੁਖ ਸਿੰਘ ਦੇਖਣ ਆਪੇ ਕਹਿੰਦੇ ਜੀ ਉਹ ਤਾਂ ਦੁੱਧ ਕੱਲ੍ਹ ਦਾ ਹੀ ਖਰਾਬ ਹੋਇਆ, ਉਹ ਕਿਵੇਂ ਪਿਲਾਈਏ। ਬਾਬਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਉਹਦੇ ਵਿੱਚ ਥੋੜ੍ਹੀ ਮਿਸ਼ਰੀ ਪਾ ਕੇ ਤੇ ਇਹਨਾਂ ਨੂੰ ਜਿਹੜਾ ਦੁੱਧ ਵਾ ਉਹ ਭਰ ਕੇ ਗਲਾਸ ਦੇ ਦਿਓ। ਜਦ ਇਹਨਾਂ ਦਾ ਬਚਨ ਮੰਨ ਕੇ ਭਾਈ ਹਾਕਮ ਸਿੰਘ ਤੇ ਗੁਰਮੁਖ ਸਿੰਘ ਨੇ ਉਹਦੇ ਵਿੱਚ ਮਿਸ਼ਰੀ ਪਾ ਕੇ ਉਸ ਨੂੰ ਰਲਾ ਕੇ ਜਦ ਇਸ ਮਾਈ ਨੂੰ ਦਿੱਤਾ ਸੀਗਾ ਤੇ ਇਸ ਮਾਈ ਨੇ ਕੀ ਕੀਤਾ, ਉਹ ਜਿਹੜਾ ਦੁੱਧ ਸੀਗਾ ਉਹ ਛਕ ਲਿਆ, ਨਾਲ ਦੇ ਪਰਿਵਾਰ ਨੇ ਵੀ ਛਕ ਲਿਆ। ਜਦ ਦੁੱਧ ਛਕਿਆ ਗਿਆ ਤਾਂ ਭਾਈ ਹਾਕਮ ਸਿੰਘ ਤੇ ਭਾਈ ਗੁਰਮੁਖ ਸਿੰਘ ਹੁਣੀ ਦੇਖਣ ਵੀ ਇਹ ਜਿਹੜਾ ਖਰਾਬ ਹੋਇਆ ਕੱਲ੍ਹ ਦਾ ਦੁੱਧ ਵਾ ਇਹ ਤਾਂ ਇਸ ਮਾਈ ਨੇ ਪੀ ਲਿਆ। ਪਰ ਬਾਬਾ ਜੀ ਬਾਰ-ਬਾਰ ਇਸ ਦੁੱਧ ਨੂੰ ਪੀਣ ਦੀ ਕਿਉਂ ਹਦਾਇਤ ਕਰਦੇ ਸੀ। ਫਿਰ ਜਦ ਉਹਨਾਂ ਨੇ ਇਹ ਪ੍ਰਸ਼ਨ ਬਾਬਾ ਜੀ ਦੇ ਨਾਲ ਸਾਂਝਾ ਕੀਤਾ ਸੀ, ਫਿਰ ਬਾਬਾ ਹਰਨਾਮ ਸਿੰਘ ਨੇ ਦੱਸਿਆ ਸੀਗਾ ਕਿ ਇਹ ਜਿਹੜਾ ਦੁੱਧ ਹੈ ਇਹਦੇ ਵਿੱਚ 3 ਗੁਣ ਬਹੁਤ ਵਿਸ਼ੇਸ਼ ਵਾ। ਫਿਰ ਉਹਨੇ ਪੁੱਛਿਆ ਸੀਗਾ ਵੀ ਇਹਦੇ ਵਿੱਚ 3 ਗੁਣ ਐਸੇ ਕਿਹੜੇ ਆ। ਤੇ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਜਿਹੜਾ ਦੁੱਧ ਪੀਊਗਾ ਉਹਦੀਆਂ ਜਿਹੜੇ ਦੰਦ ਤੇ ਦਾੜਾਂ ਉਹ ਜ਼ਿੰਦਗੀ ਭਰ ਨਹੀਂ ਦੁਖਣਗੀਆਂ। ਦੂਸਰਾ ਮਹਾਂਪੁਰਖਾਂ ਨੇ ਜਿਹੜਾ ਸੀਗਾ ਉਹ ਇਹ ਵਚਨ ਕੀਤਾ ਸੀਗਾ ਕਿ ਉਹਦੇ ਜਿਹੜੇ ਗੋਡਿਆਂ ਦੇ ਜੋੜ ਆ ਜਾਂ ਬਾਹਾਂ ਦੇ ਜੋੜ ਆ ਉਹ ਵੀ ਕਦੀ ਦਰਦ ਨਹੀਂ ਕਰਨਗੇ। ਤਾਂ ਤੀਸਰਾ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਜਿਹੜੇ ਨੇ ਇਹ ਦੁੱਧ ਛਕ ਲਿਆ ਉਹਦੀ ਨਿਗਾਹ ਵੀ ਜਿਉਂ ਦੀ ਤਿਉਂ ਰਹੂਗੀ, ਕਦੀ ਉਹਨੂੰ ਐਨਕ ਨਹੀਂ ਲੱਗੂਗੀ। ਜਦ ਇਹ ਬਚਨ ਮਹਾਂਪੁਰਖਾਂ ਨੇ ਕੀਤੇ ਸੀ ਫਿਰ ਭਾਈ ਹਾਕਮ ਸਿੰਘ ਦੇ ਗੁਰਮੁਖ ਜਿਹੜੇ ਸੀਗੇ ਉਹ ਮਨ ਵਿੱਚ ਬੜੇ ਪਛਤਾਉਣ ਲੱਗੇ। ਪਰ ਜਿਸ ਪਰਿਵਾਰ ਨੇ ਦੁੱਧ ਪੀਤਾ ਸੀਗਾ ਦੱਸਦੇ ਆ ਕਿ ਉਸ ਮਾਈ ਦੀ ਉਮਰ ਵੀ ਬੜੀ ਵਡੇਰੀ ਹੋਈ ਸੀ। ਨਾ ਤਾਂ ਉਹਦੀ ਵਡੇਰੀ ਉਮਰ ਦੇ ਵਿੱਚ ਕੋਈ ਦੰਦ ਤੇ ਦਾੜ ਦੁਖੇ ਸੀਗੇ ਤੇ ਨਾ ਉਹਦੇ ਕੋਈ ਕਦੀ ਗੋਡੇ ਦਰਦ ਕੀਤੇ ਸੀ ਔਰ ਨਾ ਹੀ ਉਹਦੀ ਜਿਹੜੀ ਨਜ਼ਰ ਸੀ ਜ਼ਿੰਦਗੀ 'ਚ ਕਦੀ ਕਮਜ਼ੋਰ ਹੋਈ ਸੀ। ਮਹਾਂਪੁਰਖਾਂ ਦਾ ਜਿਹੜਾ ਬਚਨ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਸੱਤ ਹੋਇਆ ਸੀਗਾ। ਸੋ ਇੱਕ ਵਾਰੀ ਕੀ ਹੋਇਆ ਕਿ ਭਾਈ ਰਾਮ ਸਿੰਘ ਜੀ ਪੰਡਿਤ ਮਲੂਕੇ ਵਾਲੇ ਤੇ ਭਾਈ ਹਾਕਮ ਸਿੰਘ ਤੇ ਭਾਈ ਗੁਰਮੁਖ ਸਿੰਘ ਇਹ ਜਦ ਸੇਵਾ ਕਰਦੇ ਹੁੰਦੇ ਸੀ ਉਹਨਾਂ ਦਿਨਾਂ ਵਿੱਚ ਗਰਮੀ ਬੜੀ ਹੁੰਦੀ ਸੀ ਤੇ ਭਾਈ ਰਾਮ ਸਿੰਘ ਦੇ ਜਿਹੜੇ ਕੱਪੜੇ ਸੀ ਗਰਮੀ ਦੇ ਨਾਲ ਪੂਰੀ ਤਰ੍ਹਾਂ ਭਿੱਜੇ ਹੋਏ ਸੀ। ਪਰ ਇਹਨਾਂ ਨੇ ਆ ਕੇ ਬਾਬਾ ਜੀ ਦੇ ਪਾਸ ਬੈਠ ਕੇ ਬੇਨਤੀ ਕੀਤੀ ਤਾਂ ਇੰਨੀ ਗਰਮੀ ਆ ਕਿ ਅਗਰ ਮੀਂਹ ਨਹੀਂ ਪੈ ਸਕਦਾ ਤਾਂ ਘੱਟੋ ਘੱਟ ਠੰਡੀ ਹਵਾ ਤਾਂ ਵਗੇ। ਜਦ ਇਹ ਬਚਨ ਚੱਲ ਰਹੇ ਸੀ ਤੇ ਬਾਬਾ ਜੀ ਮੁਸਕਰਾ ਪਏ, ਕਹਿਣ ਲੱਗੇ ਵੀ ਭਾਈ ਤੁਹਾਨੂੰ ਮੀਂਹ ਵੀ ਚਾਹੀਦਾ, ਠੰਡੀ ਹਵਾ ਚਾਹੀਦੀ ਆ।
तो फिर इन्हों ने बाबा जी के अगे बेनती की, महापुरख चित्त तां करदा हैगा। तो बाबा जी कहण लगे चलो इस तरह करो कि आ जिहड़ी लोट पई आ इहदा मूँह खोल दिओ। जद इन्ना वचन होया सीगा ते फिर पंडित राम सिंह हुणां ने जद लोट का मूँह खोलिया तो बाबा जी ने फिर भाई हाकम सिंह ते गुरमुख सिंह नूं आख्या कि तुसीं इस तरह करो, पिछले पासे टिल्ले दे है ना पुराने मंजे पे आ, ये मंजे जिहड़े ना खड़े कर लो तो इन्हां नूं खड़े करके है ना इन्हां मंजिਆਂ नूं डंडिਆਂ दे नाल खड़काउणा शुरू कर दिओ। जद इन्नी गल होई तो फिर भाई हाकम सिंह गुरमुख सिंह महापुरख नूं कहण लगे बाबा जी मंजे तां खड़े कर दिंदे आ पर इन्हां नूं डंडिਆਂ दे नाल वजाउण दे नाल की होਊਗਾ। तो बाबा जी आखण लगे कहंदे भाई ये इंद्र दे साज वा, जदों ये साज वजणगे तो इंद्र देवता आपे खुश हो जाऊगा। जद इन्नी गल हुई तो फिर भाई गुरमुख सिंह ते भाई हाकम सिंह हुणां ने पिछले पासे जिहड़े मंजे सीगे वो खड़े करके जद डंडिਆਂ नाल वजाउणे शुरू कीते। वाਕਿਆ ही फिर एक पासों बिल्कुल ठंडी हवा दे बुੱਲੇ आउणे शुरू कीते, नाल ਬੱਦਲ हो गए। तो उन्हां टाइमां दे विच फिर मींह बड़ा पिया ते मींह पैण दे नाल काफ़ी ठंड हो गई। जद हो गई तो फिर भाई राम सिंह ने बाबा जी से बेनती की कि महापुरखो हुण तां ठंड भी बड़ी हो गई तो मींह भी बड़े जोरां दे नाल पै रिहा हैगा ते गर्मी तो भी राहत पूरी तरह मिल गई आ। हुण तुसीं इस तरह करो, कृपा करो ये जिहड़ा मींह आ हुण थम्मिया जावे। जद इन्नी गल फिर बाबा जी हसवे कहण लगे चल इस तरह कर, वो जिहड़ा लोट का मूँह खोलिया सीगा है ना उहनूं बंद कर दे ते मंजे जिहड़े पिछे खड़े आ उहनां नूं थल्ले लम्मे पा दे। फिर भाई इन्हों ने इस तरह ही की सी, वो जी लोट पई सी वह मूँह जोड़ा सी कपड़े नाल बंन दिता तो मंजे थले जोड़े सी वो लम्मे पाते। इस तो बाद फिर ये मींह पैंदा सीगा बंद हो गया। उस तो बाद फिर काफ़ी संगत ने इकट्ठे कोई बाबा जी ने आख्या कि बाबा जी ये की कौतक आ। तो महापुरख हस के कहण लगे कहंदे भाई इन्हां लोटां ते मंजिਆਂ दे खड़काउण दे विच कुछ नहीं रखिया, ये दरअसल असर ये सारा परमेश्वर का हुक्म हैगा। जिहो जिहा परमेश्वर सानूं हुक्म दिता बस असीं उहदा हुक्म मान के उस तरह कारज कर दिंदे आ। ये सारी हुक्म की खेड हैगी आ। जब महापुरखों ने इस तरह का भजन किया सीगा फिर सारी संगत जिहड़ी सी बड़ी प्रसन्न हो गई सीगी। सो दास इन्ने ही बचन महापुरखों दे आप सारियां संगतां नाल साझा करदा होया खिमा दा जाचक जी होईयां बेअंत भुलां चुकां दी खिमा बख्शणी। सो फतेह बुलाओ। वाहिगुरू जी का खालसा वाहिगुरू जी की फतेह।